बिस्मिल्लाहिर्रहमानिर्रहीम अस्सलामुअलैकुम नाजरीन, आज आपको एक छोटे से मगर इंतहाई खूबसूरत वच्छा फार्म पर लाए हैं। इस फार्म के मालिक एक शौकीन किसान हैं और बच्चों को इंतहाई मोहब्बत से पालते हैं। रूह को खुश कर देने वाले जानवर इंशाल्लाह आपसे दाद ज़रूर वसूल करेंगे। आज आपको इनका खूबसूरत फार्म भी दिखाएंगे और बच्चों के कारोबार पर इनसे तफसीली मालूमात हासिल करेंगे। वीडियो आखिर तक देखिएगा। अगर आप ये कारोबार करने में दिलचस्पी रखते हैं तो इंशाल्लाह फ़ायदा ज़रूर होगा। नए आने वाले दोस्तों से गुजारिश है कि सब्सक्राइब बटन दबाकर घंटी का निशान दबा दें ताकि हर नई आने वाली वीडियो की इत्तला आप तक बर वक़्त पहुँच सके। तो चलें आज की वीडियो शुरू करते हैं। अस्सलाम वालेकुम। वालेकुम अस्सलाम। सर क्या हाल है आपका? ठीक ठाक, शुक्र है रब दी ज़ात। अपना तारफ ते करायो जी। मोहम्मद मजीद ते ए इलाका केड़ा है? पीर कोट शाह सीओ कहंदे ना। ए बच्चा फार्मिंग दा कारोबार किन्ने करसे दा कर दियोगे? 10 कुछ साल हो गए। माशाल्लाह किन्ने दा बच्चे ने डेरे ते? 5 बच्चे। ते ए केड़ी मंडी तो खरीद के लियाए हो? 4 मंडियां तो खरीदे माल। ठीक है। ते किस किस नस्ल दे ने माशाल्लाह? ए साहिवाल दे ने ते ब्राह्मण ने ते नुकरे ने। ठीक है। ते एक जानवर तकरीबन औसतन किन्ने दा पै गया तुहानू? फर्को फर्की जे जानवर जिस तरह का जानवर उस तरह का रेट ते पहले जेह्ड़े तुहाडे तजर्बे ने ओहदे मुताबिक तुहानू सालाना किन्ना क मुनाफा हो जांदा रहा? जानवर के हिसाब नाल अच्छा मुनाफा होंदा रहा सन। ਇਹ ਦੱਸਿਓ ਕਿ ਜਾਨਵਰਾਂ ਨੂੰ ਲਿਆ ਕੇ ਕੋਈ ਇਹਨਾਂ ਦੀ ਡੀਵਰਮਿੰਗ ਵਗੈਰਾ ਕਰਵਾਉਂਦੇ ਹੋ, ਵੈਕਸੀਨੇਸ਼ਨ ਵਗੈਰਾ? जी। ਕਿੰਨੀ ਦੇਰ ਬਾਅਦ ਡੀਵਰਮਿੰਗ ਕਰਵਾਉਂਦੇ ਇਹਨਾਂ ਦੀ? 3 महीने बाद। ਠੀਕ ਹੈ। ਤੇ ਜਾਨਵਰ ਜਦੋਂ ਖਰੀਦਦੇ ਹਨ ਇਹਨਾਂ ਦਾ ਨਸਲ ਵੇਖ ਕੇ ਖਰੀਦਦੇ ਹੋ, ਉਮਰ ਵੇਖ ਕੇ ਜਾਂ ਵਜ਼ਨ ਵੇਖ ਕੇ ਖਰੀਦਦੇ ਹੋ? नस्ल वेख ਠੀਕ ਹੈ। ਤੇ ਉਮਰ ਦਾ ਕੀ ਹਿਸਾਬ ਹੁੰਦਾ ਹੈ? ਕਿੰਨੀ ਕੁ ਉਮਰ ਦਾ ਖਰੀਦਣਾ ਚਾਹੀਦਾ ਹੈ ਕੋਈ? 2 साल का खरीदना चाहिए। नस्ल केड़ी बेहतर रहिंदी है? साहिवाल दी, नुकरा, सब तो बहुता मुनाफा केड़ी नस्ल दिंदी है? साहिवाल। ये मुनाफा ज़्यादा दिंदी है? साहिवाल भी ते नुकरा भी। वो किस लिहाज नाल ज़्यादा मुनाफा देंदे ने? नस्ल अच्छी है ना। नस्ल अच्छी है। नस्ल अच्छी। ਤੇ ਗਰੋਥ ਕਿਹੜਾ ਸਹੀ ਕਰਦਾ ਵੇ? ਤੁਸੀਂ ਚੈੱਕ ਕੀਤੇ ਹੋਣੇ ਸਾਰੇ? ਸਾਹੀਵਾਲ ਦਾ growth। ਠੀਕ ਹੈ। ਇਹਦਾ ਔਸਤਨ ਜਿਹੜਾ ਨਾ ਤੁਹਾਡੇ ਕੋਲ ਜਿਹੜਾ ਇੱਥੇ ਮੌਜੂਦ ਬੱਚਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਜ਼ਨ ਕਿੰਨੇ ਕੁ ਦਾ ਬੱਚਾ ਹੈ? 10 ਮਣ ਤੋਂ ਲੈ ਕੇ 20 ਮਣ ਤੱਕ ਬੱਚਾ, 20-21 ਮਣ ਤੱਕ ਤੁਹਾਡੇ ਕੋਲ ਜੀ। ਤੇ ਜਿਹੜਾ 20-21 ਮਣ ਦਾ ਉਹ ਕਿਹੜੀ ਨਸਲ ਦਾ ਹੈ? ब्राह्मण नस्ल ਦਾ ਸਾਹੀਵਾਲ। ब्राह्मण साहिवाल क्रॉस है या ब्राह्मण है या साहिवाल है? ब्राह्मण जी। जी। ਤੇ ਜਦੋਂ ਤੁਸੀਂ ਖਰੀਦਿਆ ਸੀ ਐਸੀ ਕੀ ਮਣ ਵਾਲੇ ਬੱਚੇ ਦਾ ਵਜ਼ਨ ਕਿੰਨਾ ਸੀ ਉਦੋਂ? ਉਦੋਂ 4 ਮਣ। 4 ਮਣ। ਜੀ। ਤੇ ਕਿੰਨੀ ਉਮਰ ਦਾ ਤੁਸੀਂ ਲਿਆ ਸੀ? 1.5 ਸਾਲ ਦਾ। 1.5 ਸਾਲ ਦਾ। ਕਿੰਨੇ ਕੁ 'ਚ ਪੈ ਗਿਆ ਸੀ ਤੁਹਾਨੂੰ? ਸਾਨੂੰ ਉਦੋਂ 2 ਲੱਖ ਵਿੱਚ ਪੈ ਗਿਆ। ਤੇ ਤੁਸੀਂ ਕਿੰਨਾ ਕੁ ਚਿਰ ਉਹਨਾਂ ਨੂੰ ਰੱਖਿਆ ਹੈ? ਰੱਖਿਆ ਜੀ ਉਹਨੂੰ 1.5 ਸਾਲ। 1.5 ਸਾਲ ਤੁਸੀਂ ਅੱਗੋਂ ਮਜ਼ੀਦ ਸੰਭਾਲਿਆ ਹੈ ਜੀ। ਤੇ ਮਾਸ਼ਾਅੱਲਾ 4 ਮਣ ਤੋਂ 21 ਮਣ ਤੱਕ ਤੁਸੀਂ ਉਹਨੂੰ ਲੈ ਗਏ ਹੋ ਜੀ। ਜ਼ਿੰਦਾਬਾਦ ਜ਼ਿੰਦਾਬਾਦ। ਸਰ ਇਹ ਤੁਹਾਡੇ ਡੇਰੇ ਦੀ ਗੁੰਜਾਇਸ਼ ਕਿੰਨੀ ਕਿ ਕਿੰਨੇ ਵੀ ਜਾਨਵਰ ਹੋਰ ਰੱਖ ਸਕਦੇ ਹੋ? ਇਹਦੇ 'ਚ ਅਸੀਂ 50 ਕੁ ਜਾਨਵਰ ਰੱਖ ਸਕਦੇ ਹਾਂ। ਠੀਕ ਹੈ। ਤੇ ਉਸ ਤੋਂ ਇਲਾਵਾ ਜਿਹੜਾ ਨਾ ਅੱਜ ਕੱਲ੍ਹ ਇਹਨਾਂ ਦੀ ਕੀ ਸੇਵਾ ਕਰਦੇ ਹੋਗੇ? ਇਹਨਾਂ ਨੂੰ ਦੇਸੀ ਵੰਡਾ ਅਸੀਂ ਆਪਣਾ ਤਿਆਰ ਕਰਕੇ ਖੁਦ ਪਾ ਰਹੇ ਹਾਂ। ਉਹ 'ਚ ਕਿਹੜੀ ਚੀਜ਼ਾਂ ਸ਼ਾਮਲ ਨੇ? ਇਹਦੇ 'ਚ ਤਕਰੀਬਨ 20 ਕੁ ਛਾਵਾਂ ਨੇ ਜਿਹੜੀਆਂ ਅਸੀਂ ਮਿਕਸ ਕਰਕੇ ਪਾ ਰਹੇ। ਕੋਈ ਨਾਂ ਲਵੋਗੇ? ਕਣਕ, ਮਕਈ, ਬੜੇਵਿਆਂ ਦੀ ਖੱਲ, ਠੀਕ ਹੈ, ਬਨੋਲਾ, ਠੀਕ ਹੈ, ਬਨੋਲਾ, ਇਸ ਤਰ੍ਹਾਂ ਦੀ ਚੀਜ਼ਾਂ। ਇਸ ਤਰ੍ਹਾਂ ਦੀ ਛਾਵਾਂ। ਤੇ ਤਿਆਰ ਇੱਥੇ ਮਿਕਸਰ ਮਸ਼ੀਨਾਂ ਲਾਈਆਂ ਜਾਂ ਕਿ ਤੂੰ ਕਿਰਾਏ ਤੋਂ ਕਰਾਉਂਦੇ ਹੋ? ਨਹੀਂ, ਇੱਥੇ ਮਸ਼ੀਨਾਂ ਲਾਈਆਂ ਘਰ ਹੀ। ਹਾਂਜੀ। ਮਾਸ਼ਾਅੱਲਾ। ਤੇ ਕੀ ਤੁਸੀਂ ਕਹੋਗੇ ਨਾਜ਼ਰੀਨ ਨੂੰ ਕਿ ਆਪਣਾ ਵੱਛਾ ਆਪਣਾ ਵੰਡਾ ਤਿਆਰ ਕਰਕੇ ਪਾਣਾ ਫਾਇਦੇਮੰਦ ਰਹਿੰਦਾ ਜਾਂ ਦੁਕਾਨ ਤੋਂ ਲੈ ਕੇ ਤਿਆਰਸ਼ੁਦਾ ਵੰਡਾ ਪਾਣਾ ਫਾਇਦੇਮੰਦ ਰਹਿੰਦਾ? ਆਪਣਾ ਵੰਡਾ ਤਿਆਰ ਕਰਕੇ ਪਾਣਾ ਅੱਛਾ ਰਹਿੰਦਾ। ਉਹ ਮਹਿੰਗਾ ਨਹੀਂ ਪੈ ਜਾਂਦਾ? ਨਹੀਂ, ਸਹੀ ਰੇਟ ਤੇ ਪੈਂਦਾ। ਕਿੰਨੇ 'ਚ ਤੁਹਾਨੂੰ ਮਣ ਪੈ ਜਾਂਦਾ? ਸਾਨੂੰ 50 ਕਿਲੋ ਦਾ ਬੈਗ ਜਿਹੜਾ ਨਾ ਕੋਈ 2700 ਦਾ ਪੈ ਰਿਹਾ। 2700 ਦਾ? 2700। ਤੇ ਮਾਰਕੀਟ 'ਚੋਂ ਕਿੰਨੇ ਦਾ ਮਿਲਦਾ? ਮਾਰਕੀਟ 'ਚ ਇਹਦੇ ਨਾਲ ਦਾ ਫਾਰਮੂਲਾ ਨਹੀਂ ਨਾ ਪਾਣਗੇ। ਅੱਛਾ, ਹੋਲੇ ਹੁੰਦੇ ਨੇ? ਹੋਲੇ ਹੁੰਦੇ। ਹਾਂ, ਉਹਨਾਂ ਦਾ ਰੇਟ ਵੀ ਮੇਰੇ ਹਾਲ 'ਚ 40 ਕਿਲੋ ਪੈਕਟ ਦਾ ਕੋਈ 1500-1600 ਪ੍ਰਾਈਸ ਹੁੰਦੀ ਹੈ। ਖੈਰ ਜੀ। ਅੱਛਾ ਸਰ, ਇਹਨਾਂ ਨੂੰ ਸਾਇਲੇਜ ਵਗੈਰਾ ਕਦੀ ਇਸਤੇਮਾਲ ਕਰਾਇਆ ਤੁਸੀਂ? ਇਹ ਨਹੀਂ। ਠੀਕ ਹੈ। ਸਭੇ ਪੱਠਾ ਪਾਉਂਦੇ। ਸਾਇਲੇਜ ਕਿਉਂ ਨਹੀਂ ਪਾਉਂਦੇ? ਅਸੀਂ ਮਸਲ ਇਹਨਾਂ ਨੂੰ ਵੰਡਾ ਆਪਣਾ ਤਿਆਰ ਕਰਕੇ ਪਾਉਂਦੇ ਹਾਂ ਤੇ ਸਭਾ ਹੀ ਪੱਠਾ ਪਾਉਂਦੇ ਆ।
ਅੱਛਾ। ਇੱਕ ਜਿਹੜਾ ਬੱਚਾ ਹੈ ਉਹਨੂੰ ਡੇਲੀ ਦਾ ਕਿੰਨਾ ਕੁ ਵੰਡਾ ਆ ਜਾਂਦਾ ਹੈ? ਉਹ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਪਾ ਲਓ। ਨਹੀਂ ਫਿਰ ਵੀ ਤਕਰੀਬਨ ਇੱਕ ਬੱਚੇ ਨੂੰ 2 ਕਿਲੋ ਪਾ ਰਹੇ ਹੋ, 4 ਇੱਕ ਬੱਚੇ ਨੂੰ ਮੈਂ 6 ਕਿਲੋ ਵੰਡਾ ਪਾ ਰਹੇ। ਰੋਜ਼ਾਨਾ ਪਹਿਲਾਂ ਸਟਾਰਟਿੰਗ ਮਸਨ 4 ਕਿਲੋ ਪਾ ਰਹੇ, ਹੁਣ ਇਸ ਵੇਲੇ 8 ਕਿਲੋ ਪਾ ਰਹੇ। 8 ਕਿਲੋ? ਹਾਂਜੀ। ਤੇ ਜਦੋਂ 4 ਕਿਲੋ ਪਾਇਆ ਤੇ ਉਦੋਂ ਜਾਨਵਰ ਦੀ ਕੀ weight ਸੀ ਜਿਹਨੂੰ 4 ਕਿਲੋ ਪਾਉਂਦੇ ਹੋ ਪਏ? ਉਹ ਮਹੀਨੇ ਦਾ ਕੋਈ 1.5 ਕੁ ਮਣ ਵੱਧਦਾ ਹੈ। 1.5 ਮਣ ਵੱਧਦਾ ਸੀ? ਹਾਂਜੀ। 4 ਕਿਲੋ ਵੰਡਾ ਖਾ ਕੇ? ਹਾਂਜੀ। ओरिजिनल वेट भाਵੇਂ ਛੋਟਾ ਹੋਏ ਵੱਡਾ ਹੋਏ 4 ਕਿਲੋ ਵੰਡਾ ਖਾ ਕੇ ਨਸਲ ਦੇ ਹਿਸਾਬ ਨਾਲ ਵਜ਼ਨ ਕਰੇਗਾ ਨਾ। ਅੱਛਾ। ਸਾਰੇ ਵਜ਼ਨ ਇੱਕ ਜਿਹਾ ਨਹੀਂ ਕਰਦੇ, ਨਸਲ ਦੇ ਹਿਸਾਬ ਨਾਲ ਵਜ਼ਨ ਕਰੇਗਾ। ਜਾਨਵਰ ਨਸਲ ਦੇ ਹਿਸਾਬ ਨਾਲ ਕਿਹੜਾ ਜਾਨਵਰ ਬਹੁਤਾ ਵਜ਼ਨ ਕਰਦਾ ਹੈ? ਬ੍ਰਾਹਮਣ ਤੇ ਸਾਹੀਵਾਲ। ਬ੍ਰਾਹਮਣ ਔਰ ਸਾਹੀਵਾਲ ਜੀ। ਯਾਰ ਵੰਡਾ ਖਾ ਕੇ ਤੇ ਇਹਨਾਂ ਦੇ ਪਾਣੀ ਦਾ ਬੜਾ ਧਿਆਨ ਰੱਖਣਾ ਪੈਂਦਾ ਹੈ, ਤੇ ਤੁਸੀਂ ਪਾਣੀ ਦਾ ਕੀ ਇਹਨਾਂ ਦਾ ਇੰਤਜ਼ਾਮ ਕੀਤਾ ਹੈ? ਹਾਂ, ਇਹਨਾਂ ਦੇ ਖੁਰਲੀਆਂ ਦੇ ਵਿੱਚ ਨਾਲ ਹੀ ਪਾਣੀ ਦਾ ਵੀ ਇੰਤਜ਼ਾਮ ਕੀਤਾ। ਠੀਕ ਹੈ। ਹਰ ਬੱਚੇ ਦੇ ਕਰੀਬ ਪਾਣੀ ਵੀ ਹਰ ਬੱਚੇ ਦੇ ਕੋਲ ਪਾਣੀ। ਉਹ ਪਾਣੀ ਜਿਹੜਾ ਪਾਈਪ ਨਾਲ ਲਾਉਂਦੇ ਜਾਂ ਉਹਦੇ 'ਚ ਵਾਲ ਲੱਗੇ ਨੇ ਆਟੋਮੈਟਿਕ? ਅਸੀਂ ਪੈਪ ਨਾਲ ਪਾ ਰਹੇ ਜੀ ਤਾਜ਼ਾ ਪਾਣੀ। ਤਾਜ਼ਾ ਪਾਣੀ ਹਰ ਦਫਾ ਕਿੰਨੀ ਦਫਾ ਤੁਸੀਂ ਤਬਦੀਲ ਕਰ ਛੱਡਦੇ ਹੋ ਪਾਣੀ? ਦਿਹਾੜੀ ਦਾ ਕੋਈ 3 ਵਾਰ। 3 ਦਫਾ? ਜੀ। ਤੇ ਉਹਨਾਂ ਦੀ ਜ਼ਰੂਰਤ ਪੂਰੀ ਹੋ ਜਾਂਦੀ? ਹਾਂ ਬਿਲਕੁਲ ਜ਼ਰੂਰਤ ਪੂਰੀ। ਚਲ ਸਰ, ਤੁਸੀਂ ਕਹਿ ਰਹੇ ਹੋ ਕਿ ਪੂਰੇ ਪਾਕਿਸਤਾਨ ਦੇ ਵਿੱਚ ਘੁੰਮ ਫਿਰ ਕੇ ਤੁਸੀਂ ਬੱਚੇ ਲਿਆਉਂਦੇ ਹੋ, ਤੇ ਬੱਚਿਆਂ ਦੀ ਖਰੀਦ ਵਾਸਤੇ ਸਸਤੀ ਤਰੀਨ ਮੰਡੀ ਕਿਹੜੀ ਹੈ? ਬਾਵਲਪੁਰ। ਤੇ ਮਹਿੰਗੀ ਕਿਹੜੀ ਲੱਗੀ ਤੁਹਾਨੂੰ? ਲਾਹੌਰ ਵਾਲੀ ਮੰਡੀ ਮਹਿੰਗੀ ਲੱਗੀ। ਉਹਦੇ ਵਿੱਚ ਜਾਨਵਰ ਆਪਣੇ ਵਜ਼ਨ ਦੇ ਲਿਹਾਜ਼ ਨਾਲ ਮਹਿੰਗੇ ਮਿਲਦੇ ਨੇ ਜੀ, ਜਾਂ ਖੂਬਸੂਰਤੀ 'ਚ ਘੱਟ ਹੁੰਦੇ ਨੇ? ਵਜ਼ਨ ਦੇ ਹਿਸਾਬ ਨਾਲ ਮਹਿੰਗੇ ਮਿਲਦੇ ਨੇ। ਠੀਕ ਹੈ। ਜਦੋਂ ਬੱਚਾ ਖਰੀਦਣਾ ਹੋਵੇ ਤੇ ਖਰੀਦਣ ਤੋਂ ਪਹਿਲਾਂ ਕਿਹੜੀ ਕਿਹੜੀ ਖਸੂਸੀਅਤ ਬੱਚੇ 'ਚ ਵੇਖ ਕੇ ਖਰੀਦਣਾ ਚਾਹੀਦਾ? ਅਸੀਂ ਤੇ ਬੱਚਾ ਖਰੀਦਨੇ ਆ ਵੀ ਵਜ਼ਨ ਭਾਵੇਂ ਥੋੜਾ ਵੀ ਹੋਏ, ਸੋਹਣਾ ਵੇਖ ਕੇ ਲੈਣੇ ਆ। ਅਸੀਂ ਮੰਡੀ ਜਾਂਦੇ ਆ, 1 ਲੱਭੇ 2 ਲੱਭੇ ਪੀਸ ਸੁਥਰਾ ਜਿਹਾ ਲੈ ਕੇ ਆਈਦਾ। ਜਿਹੜੀ ਵੀ ਮੰਡੀ ਜਾਣਾ 1-2 ਪੀਸ ਸੁਥਰਾ ਲੱਭੇ ਤੇ ਲੈ ਕੇ ਆਣਾ, ਨਹੀਂ ਤੇ ਵਾਪਸ ਆ ਜਾਣਾ। ਉਸ ਤੋਂ ਇਲਾਵਾ ਜਿਸਮਾਨੀ ਫਿਟਨੈਸ ਵਗੈਰਾ ਚੈੱਕ ਕਰਦੇ ਹੋ? ਜੀ। ਅੱਛਾ ਮਸਨ ਇਹਨਾਂ ਦਾ ਖੂਬਸੂਰਤ ਮਸਨ ਇਹਨਾਂ ਦਾ ਚਿਹਰਾ ਹੋਏ, ਰੰਗ ਸੋਹਣਾ ਹੋਏ, ਨੁਕਸ ਨਾ ਹੋਏ, ਕੋਈ ਨੁਕਸ ਕੋਈ ਨਾ ਹੋਏ, ਠੀਕ। ਸਾਫ ਸੁਥਰਾ ਜਾਨਵਰ ਲੈਣਾ। ਜੇ 10,000 20,000 ਮਹਿੰਗਾ ਵੀ ਮਿਲੇ ਲੈ ਲੈਣਾ। ਵਜ਼ਨ ਨਹੀਂ ਵੇਖਣਾ, ਸੋਹਣ ਵੇਖਣਾ ਇਹਦਾ, ਸੋਹਣ ਦੇ ਪੈਸੇ ਦੇਣੇ। ਠੀਕ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਬੱਚਿਆਂ ਦਾ ਕਾਰੋਬਾਰ ਕੁਰਬਾਨੀ ਦੇ ਲਿਹਾਜ਼ ਨਾਲ ਕਰਨਾ ਠੀਕ ਰਹਿੰਦਾ ਜਾਂ ਉਹਨਾਂ ਨੂੰ ਫਰਬਾ ਕਰਕੇ ਤੇ ਗੋਸ਼ਤ ਵਾਸਤੇ? ਇਹ ਕੁਰਬਾਨੀ ਦੇ ਲਿਹਾਜ਼ ਵਾਸਤੇ ਠੀਕ ਰਹਿੰਦਾ। ਉਹ ਕਿਸ ਤਰ੍ਹਾਂ ਬਈ? ਉਹਦੀ ਵਜ੍ਹਾ? ਉਹ ਵੇਖੋ ਖੂਬਸੂਰਤ ਜਾਨਵਰ ਹੋਏਗਾ तो ਅੱਲਾ ਦੇ ਰਾਹ ਤੇ ਮਸਲ ਖੂਬਸੂਰਤ ਜਾਨਵਰ ਦਿੰਦੇ ਨੇ ਜੀ ਜੀ, ਉਹਦੇ ਵਾਸਤੇ ਖੂਬਸੂਰਤ ਲਿਆ ਤੇ ਉਹ ਅੱਛੇ ਮਸਲ ਜਿਹੜਾ ਬਿਹਤਰ ਰਹੀ ਜਾਂਦਾ, अच्छे रेट 'ਚ चला जाता है जी। ठीक है, इस वास्ते कुर्बानी वाला सिस्टम सही है। ਕੁਰਬਾਨੀ ਵਾਲਾ ਠੀਕ ਹੈ। ਬੱਚੇ ਜਦੋਂ ਮੰਡੀ ਤੋਂ ਖਰੀਦ ਲੈਂਦੇ ਹੋ ਤੇ ਫਾਰਮ ਤੇ ਸਫਾਈ ਵਗੈਰਾ ਦਾ ਕੀ ਇੰਤਜ਼ਾਮ ਕਰਦੇ ਹੋ? ਕੋਈ ਤੁਸੀਂ ਇੰਤਜ਼ਾਮ ਕਰਦੇ ਸਫਾਈ ਦਾ? ਹਾਂਜੀ ਹਾਂਜੀ, ਕੋਈ ਜਦੋਂ ਫਾਰਮ ਤੇ ਲਿਆਣਾ ਇਹਨੂੰ ਸਪਰੇਅ ਮਾਰਨੀ ਚਾਹੀਦੀ, ਠੀਕ ਹੈ। ਸਫਾਈ ਸੁਫਾਈ ਕਰਕੇ ਸਪਰੇਅ ਮਾਰ ਕੇ ਤੇ ਫਿਰ ਜਾਨਵਰ ਲਿਆਣੇ ਚਾਹੀਦੇ। ठीक है। ਤੇ ਜਦੋਂ ਮੰਡੀੋਂ ਲੈ ਕੇ ਆਣੇ ਨੇ ਇਹਨਾਂ ਨੂੰ ਹਿਫਾਜ਼ਤੀ ਟੀਕੇ ਲਾਣੇ ਚਾਹੀਦੇ ਨੇ, ਕਿਉਂ ਮਸਲ ਹਰ ਸਾਈਡ ਤੋਂ ਜਾਨਵਰ ਆਇਆ ਹੁੰਦਾ। ठीक है। ਤੇ ਫਿਰ ਉਹ ਜਰਾਸੀਮ ਚ ਹੋ ਸਕਦੇ ਨੇ? ਹਾਂਜੀ ਹਾਂਜੀ। ਤੇ ਹਿਫਾਜ਼ਤੀ ਟੀਕੇ ਡਾਕਟਰਾਂ ਕੋਲ ਬੁਲਾ ਕੇ ਲਿਆਂਦੇ ਜਾਂ ਤੁਹਾਨੂੰ ਆਪੇ ਕੋਈ ਪਤਾ ਹੈ? ਨਹੀਂ, ਅਸੀਂ ਖੁਦ ਆਪੇ ਹੀ ਸਾਨੂੰ ਪਤਾ ਕਿਹੜੇ ਟੀਕੇ ਲਾਉਂਦੇ ਹੋ? ਜਿਸ ਤਰ੍ਹਾਂ ਦਾ ਮੌਸਮ ਹੋਏ ਉਸ ਹਿਸਾਬ ਦੇ ਟੀਕੇ ਲਾਣੇ ਆ। ਮਤਲਬ ਜਿਹੜੇ ਤੁਸੀਂ ਪਿਛਲੇ ਐਤ ਬਲਾਕ ਦੇ ਲੈ ਕੇ ਆਏ ਹੋ ਤੇ ਇਹਨਾਂ ਨੂੰ ਹੁੰਦਿਆ ਸਾਰ ਕਿਹੜੇ ਟੀਕੇ ਲਾਏ ਹਜੇ? ਜਦੋਂ ਲੈ ਕੇ ਆਏ ਇਹਨਾਂ ਨੂੰ ਆਹ ਨਾ ਮੋਹਰ ਦੇ ਟੀਕੇ ਲਾਏ। ਠੀਕ ਹੈ, ਹਿਫਾਜ਼ਤੀ। ਹਿਫਾਜ਼ਤੀ। ਮਾਸ਼ਾਅੱਲਾ। ਸੇਲ ਕਰਨ ਵਾਸਤੇ ਤੁਸੀਂ ਆਪਣੇ ਡੇਰੇ ਤੇ ਹੀ ਮਹਦੂਦ ਰਹਿੰਦੇ ਹੋ ਜਾਂ ਮੰਡੀਆਂ 'ਚ ਵੀ ਜਾਂਦੇ ਹੋ? ਅਸੀਂ ਡੇਰੇ ਤੇ ਵੀ ਸੇਲ ਕਰਨੇ ਆ ਤੇ ਮੰਡੀਆਂ 'ਚ ਵੀ ਖੜਨੇ ਆ। ਕਿੱਥੇ ਸਹੀ ਰੇਟ ਲੱਗਦਾ, ਮੰਡੀ 'ਚ ਜਾਂ ਆਪਣੇ ਡੇਰੇ ਤੇ? ਇਹ ਮੰਡੀ ਵੀ ਅੱਛਾ ਲੱਗਦਾ ਤੇ ਡੇਰੇ ਤੇ ਵੀ ਅੱਛਾ ਰੇਟ ਲੱਗਦਾ। ਠੀਕ। ਕਿਆ ਕਦੀ ਤੁਹਾਡੇ ਨਾਲ ਸਭ ਵਾਕਿਆ ਹੋਇਆ ਹੈ ਕਿ ਤੁਹਾਡੇ ਕੁਰਬਾਨੀ ਦੇ ਸਾਰੇ ਜਾਨਵਰ ਸੇਲ ਨਾ ਹੋਏ ਹੋਣ, ਬਚ ਗਏ? ਨਹੀਂ, ਸਾਡੇ ਤਕਰੀਬਨ ਸਾਰੇ ਵਿਕ ਜਾਂਦੇ ਨੇ ਤੇ ਜੇ ਕੋਈ ਰਹਿ ਵੀ ਜਾਏ ਤੇ ਅਸੀਂ ਅਗਲੇ ਤਿਆਰ ਸਾਲ ਵਾਸਤੇ ਜਿਹੜਾ ਇਹਨਾਂ ਨੂੰ ਤਿਆਰ ਕਰ ਲੈਂਦੇ। ਠੀਕ ਹੈ, ਯਾਨੀ ਇਹ 10 ਸਾਲਾਂ ਦਾ ਤੁਹਾਡਾ ਤਜਰਬਾ ਕਿ ਸਾਰੇ ਤਕਰੀਬਨ ਵਿਕ ਜਾਂਦੇ? ਹਾਂਜੀ। ਸ਼ਾਇਦ ਕੋਈ ਬੱਚੇ? ਹਾਂਜੀ। ਠੀਕ ਹੈ। ਤੇ ਤੁਹਾਡੇ ਕੋਲ 10 ਸਾਲਾਂ ਦੇ ਵਿੱਚ ਹਰ ਰੰਗ ਦੇ ਖਰੀਦਦਾਰ ਆਉਂਦੇ ਰਹਿੰਦੇ ਨੇ ਜੀ। ਤੇ ਖਰੀਦਦਾਰਾਂ ਦੇ ਕੋਈ ਨਖਰੇ ਵੀ ਹੁੰਦੇ ਨੇ, ਉਹ ਤੁਸੀਂ ਕਿਸ ਤਰ੍ਹਾਂ ਦੇ ਵੇਖੇ ਨੇ ਲੋਕਾਂ 'ਚ? ਕੀ ਨੁਕਸ ਕੱਢਦੇ ਨੇ? ਵੇਖਣਾ ਹੁਣ ਸਾਡੇ ਫਾਰਮ ਤੇ ਆਣ ਤੇ ਅਸੀਂ ਭਾਵੇਂ ਜਿਸ ਤਰ੍ਹਾਂ ਵੀ ਕੋਈ ਮਰਜ਼ੀ ਰੇਟ ਥੋੜਾ ਲਾਇਆ, ਅਸੀਂ ਉਹਦੀ ਨਾ ਅੱਛੀ ਮਸਨ ਜਿਹੜੀ ਹੈ ਨਾ ਖਿਦਮਤ ਕਰਨੇ। ਠੀਕ ਹੈ, ਜਿਸ ਤਰ੍ਹਾਂ ਦਾ ਮਰਜ਼ੀ ਨਖਰਾ ਕੱਢੇ ਤੁਸੀਂ ਬਰਦਾਸ਼ਤ ਕਰਨੇ ਆ, ਕਿਉਂ ਮਸਨ ਸਾਡੇ ਫਾਰਮ ਤੇ ਆਉਂਦੇ। ਹੁਣ ਇੱਕ ਕਾਰੋਬਾਰ ਹੈ ਨਾ, ਠੀਕ ਹੈ, ਉਹ ਬਰਦਾਸ਼ਤ ਕਰਨਾ ਪੈਂਦਾ ਨਾ। ਠੀਕ ਹੈ। ਹੁਣ ਇੱਕ ਬੰਦਾ 2 ਲੱਖ ਦੀ ਸ਼ੈ ਉਹ ਲੱਖ ਰੁਪਇਆ ਕਹਿੰਦਾ ਹੈ ਤੇ ਉਹਦੇ ਗੱਲ ਥੋੜਾ ਪੈ ਜਾਣਾ।
ਉਹਨੂੰ ਨਾ ਅੱਛੇ ਤਰੀਕੇ ਨਾਲ ਹੀ ਉਹਦੀ ਮਸਨ ਆਖੀ ਤਾਂ ਭਾਜੀ ਤੇਰੀ ਖੁਸ਼ੀ ਦੀ ਗੱਲ ਹੈ, ਜੋ ਤੁਹਾਡੇ ਦਿਲ ਨੂੰ ਤਮੰਨਾ ਉਹ ਕਰ ਲਓ। ਅੱਛਾ ਸਰ, ਇਹਨਾਂ 10 ਸਾਲਾਂ ਦੇ ਵਿੱਚ ਕਦੀ ਐਸਾ ਲਮਹਾ ਹੋਇਆ ਕਿ ਬੰਦਾ ਅੱਕ ਜਾਂਦਾ ਕਿ ਯਾਰ ਇਹ ਕੰਮ ਮੈਨੂੰ ਪਸੰਦ ਨਹੀਂ? ਇਹ ਸਾਡਾ ਨਾ ਇੱਕ ਦਿਲ ਦੀ ਖਾਸ਼ ਆ, ਹਾਂ ਜਾਨਵਰਾਂ ਮਸਨ ਜਿਹੜੇ ਨੇ ਨਾ ਜਾਨਵਰਾਂ ਦਾ ਕੰਮ ਕਰਨਾ ਇੱਕ ਦਿਲ ਦਾ ਸ਼ੌਕ ਹੈ ਸਾਡਾ। ਸ਼ੌਕ ਹੈ, ਯਾਨੀ ਸ਼ੌਕ ਨਾ ਕਰ ਰਹੇ? ਸ਼ੌਕ ਨਾ ਕਰ ਰਹੇ। ਕੀ ਸਮਝਦੇ ਹੋ ਕਿ ਕੋਈ ਕੰਮ ਕਰਨਾ ਉਹਦੇ ਵਾਸਤੇ ਸ਼ੌਕ ਹੋਣਾ ਜ਼ਰੂਰੀ ਹੈ ਜਾਂ ਹਰ ਬੰਦਾ ਹੀ ਕਰ ਸਕਦਾ ਹੈ? ਨਹੀਂ, ਸ਼ੌਕ ਦੀ ਗੱਲ ਹੈ, ਸ਼ੌਕ ਨਾਲ ਕੰਮ ਕਰ ਸਕਦਾ ਹਰ ਬੰਦਾ। ਅੱਛਾ ਹਾਂਜੀ ਸਰ, ਡੇਅਰੀ ਫਾਰਮਿੰਗ ਦੇ ਬੜੇ ਸ਼ੋਬੇ ਨੇ, ਤੁਸੀਂ ਭੈਂਸਾਂ ਦਾ ਕੰਮ ਕਰ ਸਕਦੇ, ਗਾਏ ਦਾ, ਕੱਟੇ ਪਾਲ ਸਕਦੇ, ਵੱਛੇ ਤੁਸੀਂ ਰੱਖੇ ਨੇ ਜਾਂ ਹੋਰ ਵੀ ਮੁxtਲਿਫ ਸ਼ੋਬੇ ਨੇ, ਤੁਸੀਂ ਇਹਨਾਂ ਦੇ ਵਿੱਚੋਂ ਸਭ ਤੋਂ ਮਤਲਬ ਕਿ ਬੈਸਟ ਕਿਹਨੂੰ ਕਰਾਰ ਦਿੰਦੇ ਹੋ? ਬੱਚਿਆਂ ਨੂੰ। ਉਹਦੀ ਵਜ੍ਹਾ ਕੀ ਹੈ? ਇਹ ਵੇਖੋ ਨਾ, ਇੱਕ ਸ਼ੌਕ ਦੀ ਗੱਲ ਹੈ। ਆਪਣਾ ਹਮ ਮਈਆਂ ਦਾ ਵੀ ਕੰਮ ਕੀਤਾ ਵੇ, ਤਾਂ ਅਸੀਂ ਹੁਣ ਬੱਚਿਆਂ ਦਾ ਕੰਮ ਜਿਹੜਾ ਨਾ ਕਾਰੋਬਾਰ ਕਰ ਰਹੇ ਹਾਂ ਬੱਚਿਆਂ ਦਾ ਸ਼ੌਕ ਨਾਲ। ਅੱਜ ਕੱਲ੍ਹ ਸਰ ਗਰਮੀ ਬਹੁਤ ਹੈ, ਤੇ ਇਹਨਾਂ ਦੀ ਗਰਮੀ ਤੋਂ ਬਚਾਉਣ ਲਈ ਇਹਨਾਂ ਨੂੰ ਕੋਈ ਸਪੈਸ਼ਲ ਖਿਲਾ ਪਿਲਾ ਰਹੇ ਹੋ? ਵੇਖੋ ਅਸੀਂ ਇਹਨਾਂ ਨੂੰ ਨਾ ਪੱਖੇ ਲਾਏ ਨੇ, ਸ਼ੈਡਾਂ ਦੇ ਵਿੱਚ ਨਾ ਪੱਖੇ ਲਾਏ ਨੇ, ਠੰਡੀਆਂ ਛਾਵਾਂ ਦੇ ਰਹੇ ਹਾਂ। ਉਹਦੇ ਚ ਕਿਹੜੀ ਚੀਜ਼ਾਂ ਸ਼ਾਮਲ ਨੇ? ਸਰੋਂ ਦਾ ਤੇਲ ਤੇ ਤਾਰਾ ਮੀਰਾ। ਠੀਕ ਹੈ। ਕਿੰਨਾ ਕੁ ਰੋਜ਼ਾਨਾ ਦੇ ਦਿੰਦੇ ਹੋ? ਇਹ ਬੱਚਿਆਂ ਨੂੰ ਤਕਰੀਬਨ ਪਾਈਆ ਕੋ ਤੇਲ ਦੇ ਹੜੀ ਦਾ। ਠੀਕ ਹੈ। ਤੇ ਕੋਈ ਪਾਈਆ ਕੋ ਜਿਹੜਾ ਹੈ ਨਾ ਮਸਨ ਤਾਰਾ ਮੀਰਾ ਜੀ। ਠੀਕ ਹੈ। ਇੱਕ ਜਾਨਵਰ ਫਰਜ਼ ਕਰੋ ਤੁਸੀਂ ਖਰੀਦਦੇ ਹੋ ਮੰਡੀ ਚੋਂ 1 ਲੱਖ ਰੁਪਏ ਦਾ, ਫਰਜ਼ ਕਰ ਲੈਂਦੇ ਆ, ਤੇ 1 ਸਾਲ ਉਹਨੂੰ ਸਾਂਭਦੇ ਹੋ ਤੁਸੀਂ? ਸਾਲ ਸਾਂਭੇ। ਤੇ ਸਾਲ ਦੇ ਵਿੱਚ ਉਹਤੇ ਤੁਹਾਡਾ ਕਿੰਨਾ ਖਰਚਾ ਆ ਜਾਂਦਾ 1 ਲੱਖ ਰੁਪਏ ਵਾਲੇ ਜਾਨਵਰ ਤੇ? 1 ਲੱਖ ਰੁਪਏ ਆ ਜਾਂਦਾ, ਯਾਨੀ ਜਿੰਨੇ ਦਾ ਆਇਆ ਹੁੰਦਾ ਉਹਨਾਂ ਖਰਚਾ ਆ ਜਾਂਦਾ? ਡਬਲ ਖਰਚਾ ਆ ਜਾਂਦਾ। ਠੀਕ ਹੈ। ਤੇ ਉਹ ਜਾਨਵਰ ਮਾਸ਼ਾਅੱਲਾ ਜਿਹੜਾ 2 ਲੱਖ ਤੁਹਾਡੇ ਤੇ ਖਰਚਾ ਆ ਗਿਆ, ਉਹ ਕਿੰਨੇ ਦਾ ਸੇਲ ਹੋ ਜਾਂਦਾ ਅਪਰੋਕਸੀਮੇਟਲੀ? ਉਹ ਗਾਹਕ ਤੇ ਮੁਨਸਰ ਹੈ। ਗਾਹਕ ਤੇ ਆਹੀ ਕਹਿੰਦਾ ਵੀ 2 ਲੱਖ ਦਾ ਮਸਲਾ ਉਹਦੇ ਤੇ ਖਰਚ, ਲੱਖ ਦਾ ਲਿਆ ਤੇ ਲੱਖ ਰੁਪਇਆ ਖਰਚਾ ਆਇਆ ਤੇ ਸਾਨੂੰ ਮਿਲ ਜਾਏ ਲੱਖ ਦਾ ਹੀ ਮਿਲ ਜਾਏ। ਅੱਛਾ। ਤੇ ਸਾਡੇ ਤੇ ਇਹ ਹੁੰਦੀ ਹੈ ਵੀ ਸਾਡਾ ਕੋਈ 2.5 ਲੱਖ ਰੁਪਏ ਦਾ 2.25 ਦਾ। ਠੀਕ ਹੈ। ਹਾਂਜੀ। ਇੱਕ ਜਾਨਵਰ ਯਾਨੀ ਕਿੰਨਾ ਕੁ ਮੁਨਾਫਾ ਦੇ ਜਾਂਦਾ? ਕੋਈ 50,000 ਦੇ ਜਾਂਦਾ? ਉਹ ਜਾਨਵਰ ਜਿਸ ਤਰ੍ਹਾਂ ਦਾ ਜਾਨਵਰ ਹੈ ਨਾ, ਹਾਂਜੀ, ਉਸ ਤਰ੍ਹਾਂ ਦਾ ਰੇਟ ਪ੍ਰੋਫਿਟ। ਅਗਰ ਕੋਈ ਬੰਦਾ ਤੁਹਾਡੇ ਕੋਲੋਂ ਬੱਚੇ ਖਰੀਦਣਾ ਚਾਹੁੰਦਾ ਹੈ, ਕੋਈ ਰੇਟ ਸ਼ੀਟ ਦੱਸੋਗੇ ਸਾਨੂੰ? ਜਿਸ ਤਰ੍ਹਾਂ ਦਾ ਮਤਲਬ ਵੰਸ਼ਾ ਲਏਗਾ ਉਸ ਤਰ੍ਹਾਂ ਦਾ ਉਹਦੇ ਨਾਲ ਅਸੀਂ ਅੱਛਾ ਸਲੂਕ ਕਰਾਂਗੇ। ਅੱਛਾ। ਉਹਦੀ ਅੱਛੀ ਖਿਦਮਤ ਕਰਾਂਗੇ। ਅੱਛਾ। ਉਹਨੂੰ ਬੱਚਾ ਦੇ ਕੇ ਭੇਜਾਂਗੇ, ਜਿਸ ਤਰ੍ਹਾਂ ਉਹ ਰਾਜ਼ੀ ਹੋਏਗਾ ਉਸ ਤਰ੍ਹਾਂ ਬੱਚਾ ਦੇ ਦਿਆਂਗੇ। ਰਾਜ਼ੀ ਕਰਕੇ ਭੇਜੋ? ਰਾਜ਼ੀ ਕਰਕੇ, ਖੁਸ਼ ਕਰਕੇ ਭੇਜਾਂਗੇ। ਮਾਸ਼ਾਅੱਲਾ, ਜ਼ਬਰਦਸਤ। ਭਾਈਜਾਨ, ਅਗਰ ਕਿਸੇ ਬੰਦੇ ਨੂੰ ਮਾਲੂਮਾਤ ਚਾਹੀਦੀਆਂ ਹੋਣ ਜਾਂ ਜਾਨਵਰ ਚਾਹੀਦਾ ਹੋਏ ਜਾਂ ਫਾਰਮ ਤੇ ਆਉਣਾ ਹੋਏ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਰੇ? ਮੈਂ ਛੋਟੇ ਭਾਈ ਦਾ ਨੰਬਰ ਦੇ ਹਨਾ, ਫਾਰਮ ਤੇ 24 ਘੰਟੇ ਹੁੰਦਾ ਹੈ। ਅੱਛਾ। ਹਰ ਕਿਸਮ ਦੀ ਮਾਲੂਮਾਤ ਦੇਗਾ। ਅੱਛਾ। ਜੇ ਕਿਸੇ ਨੇ ਫਾਰਮ ਤੇ ਆਣਾ ਹੈ ਉਹਦਾ ਵੀ ਮਸਲਨ ਐਡਰੈਸ ਦੇਗਾ। ਜੇ ਫਰਜ਼ ਕੀਤਾ ਕਿਸੇ ਨੇ ਮਾਲ ਦੇ ਮੁਤਾਬਕ ਪੁੱਛਣਾ ਹੈ ਜੀ ਉਹਦੇ ਦੱਸੇਗਾ। ਠੀਕ ਹੈ। ਬੋਲਿਓ ਹਾਂ ਨੰਬਰ। 0345 जी 68 59 640। ठीक है। चौधरी साहब बहुत शुक्रिया, तो बहुत अच्छी मालूमात देती है। अस्सलाम वालेकुम। वालेकुम सलाम।